ਜੇ ਤੁਸੀਂ ਹੁਣ ਤੱਕ ਸ਼ੂਗਰ ਦੀਆਂ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਹੋ ਪਰ ਸ਼ੂਗਰ ਦੀ ਬਿਮਾਰੀ ਤੇ ਦਵਾਈਆਂ ਦੋਵੇਂ ਵਧੀ ਜਾ ਰਹੀਆਂ ਨੇ ਤਾਂ ਤੁਸੀਂ ਬਿਲਕੁਲ ਸਹੀ ਵੀਡੀਓ ਦੇਖਣੀ ਸ਼ੁਰੂ ਕੀਤੀ ਹੈ। ਇਸ ਵੀਡੀਓ ਨੂੰ ਸਕਿਪ ਨਾ ਕਰਿਓ। ਇਹ ਵੀਡੀਓ ਨਾ ਸਿਰਫ ਤੁਹਾਡਾ ਸ਼ੂਗਰ ਦੀ ਬਿਮਾਰੀ ਬਾਰੇ ਨਜ਼ਰੀਆ ਬਦਲ ਦੇਵੇਗੀ, ਨਾਲ ਹੀ ਤੁਸੀਂ ਸਿਰਫ 6 ਹਫ਼ਤੇ ਵਿੱਚ ਸ਼ੂਗਰ ਦੀ ਬਿਮਾਰੀ ਨੂੰ ਮੋੜ ਸਕਦੇ ਹੋ, ਠੱਲ ਪਾ ਸਕਦੇ ਹੋ। ਇਸ ਲਈ ਪੂਰੀ ਵੀਡੀਓ ਨੂੰ ਦੇਖੋ। ਹੈਲੋ, ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਹਾਂ ਤੁਹਾਡਾ ਹੋਸਟ ਪਰਮਿੰਦਰ ਤੰਜਲ। ਮਿਲਟ ਮੰਤਰਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਸ਼ੂਗਰ ਦੀ ਬਿਮਾਰੀ ਕਿਉਂ ਹੁੰਦੀ ਹੈ, ਸ਼ੂਗਰ ਦੀ ਬਿਮਾਰੀ ਕਿੰਨੀ ਕੁ ਖਤਰਨਾਕ ਹੈ, ਇਸ ਬਿਮਾਰੀ ਤੋਂ ਕਿੰਨਾ ਕੁ ਡਰਨਾ ਚਾਹੀਦਾ ਹੈ, ਕੀ ਪਰਹੇਜ਼ ਕਰਨੇ ਚਾਹੀਦੇ ਨੇ, ਕਿੰਨਾ ਕੁ ਖਾਣਾ ਚਾਹੀਦਾ ਹੈ, ਜੇ ਸ਼ੂਗਰ ਵੱਧਦੀ ਹੈ ਤਾਂ ਕੀ ਇਲਾਜ ਨੇ ਤੇ ਜੇ ਸ਼ੂਗਰ ਘਟਦੀ ਹੈ ਤਾਂ ਕੀ ਇਲਾਜ ਹੈ, ਕੀ ਮਿੱਠਾ ਖਾ ਸਕਦੇ ਹਾਂ, ਕਿਹੜਾ ਮਿੱਠਾ ਖਾ ਸਕਦੇ ਹਾਂ, ਕੀ ਫਲ ਖਾ ਸਕਦੇ ਹਾਂ, ਕਿੰਨੇ ਕੁ ਖਾ ਸਕਦੇ ਹਾਂ, ਸਹੀ ਸ਼ੂਗਰ ਦਾ ਲੈਵਲ ਕਿਹੜਾ ਹੋਣਾ ਚਾਹੀਦਾ ਹੈ, ਕਿੰਨੀ ਜਾਣਕਾਰੀ ਜ਼ਰੂਰੀ ਹੈ, ਜੇ ਦਸੀਆਂ ਗੱਲਾਂ ਮੰਨ ਲੀਆਂ ਤਾਂ ਕਿੰਨੀ ਦੇਰ ਬਾਅਦ ਨਤੀਜੇ ਦੇਖਣ ਲੱਗਣਗੇ, ਕਿ ਸੱਚੀ 6 ਹਫ਼ਤੇ ਵਿੱਚ ਸ਼ੂਗਰ ਲੈਵਲ ਨਾਰਮਲ ਆ ਜਾਵੇਗਾ ਤੇ ਹਮੇਸ਼ਾ ਲਈ ਸ਼ੂਗਰ ਦੀ ਦਵਾਈ ਤੋਂ ਛੁਟਕਾਰਾ ਹੋ ਜਾਵੇਗਾ, ਕਿ ਟਾਈਪ 1 ਟਾਈਪ 2 ਦੋਵੇਂ ਠੀਕ ਹੋ ਜਾਣਗੇ। ਇਹ ਸਾਰੇ ਬਦਲਾਵ ਦਾ ਤੁਹਾਡੀ ਸਿਹਤ ਤੇ ਅਸਰ ਕੀ ਪਏਗਾ, ਕੀ ਫਾਇਦੇ ਹੋਣਗੇ, ਕੀ ਕੋਈ ਸਾਈਡ ਇਫੈਕਟ ਤਾਂ ਨਹੀਂ, ਕੀ ਖਾਣਾ ਹੈ, ਪਕਾਉਣਾ ਕੀ ਹੈ, ਤਰੀਕਾ ਸਹੀ ਕੀ ਹੈ, ਕਦੋਂ ਖਾਣਾ ਹੈ, ਕਿੰਨੀ ਦੇਰ ਬਾਅਦ ਖਾਣਾ ਹੈ, ਅੰਤ ਵਿੱਚ ਸਪਸ਼ਟੀਕਰਨ। ਇਹਨਾਂ ਸਭ ਸਵਾਲਾਂ ਦੇ ਜਵਾਬ ਇਸ ਵੀਡੀਓ ਵਿੱਚ ਮਿਲਣਗੇ। ਵੀਡੀਓ ਨੂੰ ਪੂਰਾ ਦੇਖਣਾ। ਡਾਇਬੀਟੀਜ਼ ਸਾਨੂੰ ਪਤਾ ਹੈ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈ। ਪਹਿਲਾਂ ਸ਼ੂਗਰ ਵਧਣੀ ਸ਼ੁਰੂ ਹੁੰਦੀ ਹੈ, ਫਿਰ ਹਾਈ ਬੀਪੀ। ਜਿਨ੍ਹਾਂ ਦਾ ਸ਼ੂਗਰ ਲੈਵਲ ਵੱਧਦਾ ਹੈ ਉਹਨਾਂ ਨੂੰ ਦਿਲ ਦਾ ਦੌਰਾ, ਦਿਮਾਗ ਦਾ ਲਕਵਾ ਹੋਣ ਦੇ ਚਾਂਸਸ ਵੀ 70% ਵੱਧ ਜਾਂਦੇ ਹਨ। ਇਹ ਅਸੀਂ ਆਮ ਪੜ੍ਹਦੇ ਸੁਣਦੇ ਰਹਿੰਦੇ ਹਾਂ ਤੇ ਆਮ ਚਰਚਾ ਦਾ ਵਿਸ਼ਾ ਹੈ। ਪਰ ਸ਼ੂਗਰ ਦੀ ਬਿਮਾਰੀ ਕਿਉਂ ਹੁੰਦੀ ਹੈ? ਸਾਡੇ ਸਰੀਰ ਵਿੱਚ ਪੈਂਕਰੀਆਸ ਨਾਮ ਦੀ ਇੱਕ ਗ੍ਰੰਥੀ ਹੈ। ਜਦੋਂ ਇਹ ਖਰਾਬ ਹੋ ਜਾਂਦੀ ਹੈ ਤਾਂ ਸ਼ੂਗਰ ਦੀ ਬਿਮਾਰੀ ਹੁੰਦੀ ਹੈ। ਪੈਂਕਰੀਆਸ ਦੇ ਖਰਾਬ ਹੋਣ ਦੀਆਂ ਕਈ ਵਜ੍ਹਾ ਹੋ ਸਕਦੀਆਂ ਨੇ, ਜਿਨ੍ਹਾਂ ਵਿੱਚੋਂ ਫੈਟੀ ਖਾਣਾ, ਵਾਧੂ ਖਾਣਾ, ਸ਼ਰਾਬ, ਹਾਰਮੋਨ ਇੰਬੈਲੈਂਸ, ਜ਼ਿਆਦਾ ਮਿੱਠਾ ਖਾਣਾ। ਹਾਰਮੋਨ ਇੰਬੈਲੈਂਸ ਬਾਰੇ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ। ਆਈ ਬਟਨ ਵਿੱਚ ਇਸ ਦਾ ਲਿੰਕ ਦਿੱਤਾ ਹੋਇਆ ਹੈ ਤੇ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਵੀ ਇਸ ਵੀਡੀਓ ਦਾ ਲਿੰਕ ਹੈ। ਤੁਸੀਂ ਆਪਣੀ ਖੁਰਾਕ ਬਦਲ ਕੇ ਸਹਿਜੇ ਹੀ ਹਾਰਮੋਨ ਇੰਬੈਲੈਂਸ ਨੂੰ ਬੈਲੈਂਸ ਕਰ ਸਕਦੇ। ਜਦੋਂ ਹਾਰਮੋਨ ਇੰਬੈਲੈਂਸ ਬੈਲੈਂਸ ਹੋ ਜਾਂਦੇ ਨੇ, ਤੁਹਾਨੂੰ ਕੋਈ ਵੀ ਲਾਈਫਸਟਾਈਲ ਡਿਜ਼ੀਜ਼ ਜਾਂ ਆਟੋਇਮਿਊਨ ਡਿਜ਼ੀਜ਼ ਨਹੀਂ ਹੁੰਦੀ। ਜੇ ਕੋਈ ਹੈ ਉਹ ਵੀ ਠੀਕ ਹੋ ਜਾਂਦੀ ਹੈ। ਚਲੋ ਵਾਪਸ ਆਪਾਂ ਗੱਲ ਕਰਦੇ ਹਾਂ ਡਾਇਬੀਟੀਜ਼ ਦੀ। ਡਾਇਬੀਟੀਜ਼ ਦੀ ਬਿਮਾਰੀ, ਪੈਂਕਰੀਆਸ ਦੀ ਜਿੰਨੀ ਹਾਲਤ ਖਰਾਬ ਹੋਵੇਗੀ ਉਨੀ ਜ਼ਿਆਦਾ ਸ਼ੂਗਰ ਆਏਗੀ। ਪਰ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਪੈਂਕਰੀਆਸ ਇੱਕ ਗ੍ਰੰਥੀ ਹੈ। ਸਰੀਰ ਵਿੱਚ ਪਰਮਾਤਮਾ ਵੱਲੋਂ ਇੱਕ ਸ਼ਕਤੀ ਹੈ ਕਿ ਜੇ ਸਾਡੀ ਲਾਪਰਵਾਹੀ ਨਾਲ ਇਸ ਦਾ ਕੋਈ ਨੁਕਸਾਨ ਵੀ ਹੋ ਜਾਵੇ, ਮੁੜ ਜਦੋਂ ਅਸੀਂ ਇਸ ਦਾ ਪੂਰਾ ਧਿਆਨ ਰੱਖਦੇ ਹਾਂ ਤਾਂ ਇਹ ਠੀਕ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਪੈਂਕਰੀਆਸ ਦਾ ਧਿਆਨ ਰੱਖ ਕੇ ਇੱਕ ਆਮ ਸੁਖਾਵੀਂ ਜ਼ਿੰਦਗੀ ਜੀ ਸਕਦੇ ਹੋ। ਜੀ ਹਾਂ, ਇਹ ਸੰਭਵ ਹੈ ਤੇ ਬਿਲਕੁਲ ਆਸਾਨ ਵੀ ਹੈ। ਸ਼ੂਗਰ ਦੀ ਬਿਮਾਰੀ ਦੀ ਜੜ ਹਾਰਮੋਨ ਇੰਬੈਲੈਂਸ ਹੀ ਹੈ। 1,40,000 ਕਰੋੜ ਦੀ ਸਾਡੇ ਦੇਸ਼ ਵਿੱਚ ਸ਼ੂਗਰ, ਬੀਪੀ ਤੇ ਦਿਲ ਦੇ ਮਰੀਜ਼ਾਂ ਦੀ ਦਵਾਈ ਖਾਧੀ ਜਾਂਦੀ ਹੈ। 18,000 ਕਰੋੜ ਦੀ ਐਂਟੀਬਾਇਓਟਿਕ ਖਾਧੀ ਜਾਂਦੀ ਹੈ। 36,000 ਕਰੋੜ ਦੀ ਸ਼ੂਗਰ ਦੀ ਦਵਾਈ ਖਾਧੀ ਜਾਂਦੀ ਹੈ। ਪੂਰੇ ਦੇਸ਼ ਵਿੱਚ 40 ਕਰੋੜ ਲੋਕ ਬਿਮਾਰ ਨੇ। ਲਗਭਗ 10 ਕਰੋੜ ਲੋਕ ਸ਼ੂਗਰ ਦੀ ਗੋਲੀ ਖਾਂਦੇ ਨੇ, 10 ਕਰੋੜ ਲੋਕ ਬੀਪੀ ਦੀ ਗੋਲੀ ਖਾਂਦੇ ਨੇ, 4.5 ਕਰੋੜ ਲੋਕ ਦਿਲ ਦੀ ਬਿਮਾਰੀਆਂ ਦੀ ਗੋਲੀ ਖਾਂਦੇ ਨੇ, 1.5 ਕਰੋੜ ਲੋਕ ਕਿਡਨੀ ਫੇਲ ਦੇ ਮਰੀਜ਼ ਨੇ, 5 ਕਰੋੜ ਲੋਕ ਜੋੜਾਂ ਦੀ ਦਰਦ ਦੀ ਦਵਾਈ ਖਾਂਦੇ ਨੇ। ਪਰ ਸ਼ੂਗਰ ਦੀ ਬਿਮਾਰੀ ਇਹਨਾਂ ਸਭ ਬਿਮਾਰੀਆਂ ਦੀ ਜੜ ਹੈ। ਆਕਸਫੋਰਡ ਯੂਨੀਵਰਸਿਟੀ ਦੀ ਖੋਜ ਹੈ ਕਿ ਸ਼ੂਗਰ ਦੀ ਬਿਮਾਰੀ ਤੁਹਾਡੀ ਉਮਰ ਲਗਭਗ 10 ਸਾਲ ਘੱਟ ਕਰ ਦਿੰਦੀ ਹੈ। ਫਿਰ ਇਹ ਸਾਰੀਆਂ ਦਵਾਈਆਂ ਖਾਣ ਦੇ ਬਾਅਦ ਵੀ ਬਿਮਾਰੀ ਵੱਧਦੀ ਹੈ, ਪੈਰ ਕੱਟਣੇ ਪੈਂਦੇ ਹਨ, ਗੈਂਗਰੀਨਸ ਹੁੰਦੀ ਹੈ। ਜੇ ਤੁਸੀਂ ਖੁਸ਼ ਹੋ ਰਹੇ ਹੋ ਕਿ ਮੇਰੀ ਤਾਂ ਦਵਾਈ ਠੀਕ ਹੈ, ਤੁਸੀਂ ਬਿਲਕੁਲ ਗਲਤ ਸੋਚ ਰਹੇ ਹੋ। ਜੇ ਤੁਸੀਂ ਇਸ ਬਿਮਾਰੀ ਨੂੰ ਅਣਗੌਲਿਆ ਕਰ ਦਿੱਤਾ, ਇਹ ਕਿੰਨੀ ਖਤਰਨਾਕ ਵੀ ਹੋ ਸਕਦੀ ਹੈ, ਉਹ ਸਮਝਣ ਤੋਂ ਪਹਿਲਾਂ ਥੋੜਾ ਹੋਰ ਅੰਕੜੇ ਦੇਖ ਲਈਏ, ਜਿਨ੍ਹਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਸਾਡੀ ਅਗਲੀ ਪੀੜ੍ਹੀ ਦਾ ਭਵਿੱਖ ਕੀ ਹੋਵੇਗਾ। ਜੇ
ਅਸੀਂ ਇਸ ਬਿਮਾਰੀ ਨੂੰ ਸੰਜੀਦਗੀ ਨਾਲ ਨਹੀਂ ਲਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਬਿਮਾਰੀ ਜ਼ਰੂਰ ਹੋਵੇਗੀ। ਦੇਸ਼ ਵਿੱਚ 100 ਚੋਂ 38 ਨੂੰ ਸ਼ੂਗਰ ਦੀ ਬਿਮਾਰੀ ਹੈ। ਜਿਨ੍ਹਾਂ ਨੂੰ ਸ਼ੂਗਰ ਹੁੰਦੀ ਹੈ ਉਹਨਾਂ ਨੂੰ ਬਾਕੀਆਂ ਨਾਲੋਂ 70% ਜ਼ਿਆਦਾ ਚਾਂਸਸ ਨੇ ਦੌਰਾ ਪੈਣ ਦੇ, ਸਟ੍ਰੋਕ ਹੋਣ ਦੇ, ਚਾਹੇ ਉਹ ਦਿਲ ਦਾ ਦੌਰਾ ਹੋਵੇ ਜਾਂ ਦਿਮਾਗ ਦਾ ਅਧਰੰਗ ਦਾ ਦੌਰਾ। ਇੱਕ ਅਜਿਹੀ ਸਟੱਡੀ ਵੀ ਸਾਹਮਣੇ ਆਈ ਹੈ, ਜਿਸ ਔਰਤ ਨੂੰ ਸ਼ੂਗਰ ਦੀ ਬਿਮਾਰੀ ਹੈ ਉਸ ਤੋਂ ਪੈਦਾ ਹੋਣ ਵਾਲੇ ਬੱਚੇ ਦੇ ਦਿਲ ਵਿੱਚ ਛੇਦ ਹੋਣ ਦੇ ਚਾਂਸਸ ਵੀ ਜ਼ਿਆਦਾ ਨੇ। ਆਉਣ ਵਾਲੀ ਪੀੜ੍ਹੀ ਲਈ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਇਹ ਬਿਮਾਰੀਆਂ ਅਗਲੀ ਪੀੜ੍ਹੀ ਨੂੰ ਆਪਣੀ ਚਪੇਟ ਵਿੱਚ ਲੈ ਰਹੀਆਂ ਨੇ। ਚਾਹੇ ਔਰਤ ਜਾਂ ਮਰਦ, ਜਿਸ ਨੂੰ ਸ਼ੂਗਰ ਦੀ ਬਿਮਾਰੀ ਹੈ ਉਸ ਨੂੰ ਕੋਈ ਨਹੀਂ ਕਹੇਗਾ ਕਿ ਤੁਸੀਂ ਪੂਰਨ ਰੂਪ ਵਿੱਚ ਠੀਕ ਹੋ ਜਾਵੋਗੇ, ਤੁਸੀਂ ਦਵਾਈਆਂ ਖਾਓ, ਇਹ ਤਾਂ ਹਮੇਸ਼ਾ ਹੀ ਖਾਣੀਆਂ ਪੈਣਗੀਆਂ ਜੀ। ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੈ। ਤੁਸੀਂ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਹੋ, ਬਿਲਕੁਲ ਠੀਕ ਹੋ ਜਾਓਗੇ ਜੇ ਤੁਸੀਂ ਆਪਣੀ ਖੁਰਾਕ ਵਿੱਚ ਬਦਲਾਵ ਲਿਆਓ। ਸ਼ੂਗਰ ਦੀ ਬਿਮਾਰੀ ਦਾ ਮੂਲ ਆਧਾਰ ਹਾਰਮੋਨ ਇੰਬੈਲੈਂਸ ਹੈ। ਜੇ ਤੁਸੀਂ ਸਮੇਂ ਸਿਰ ਇਸ ਬਿਮਾਰੀ ਦਾ ਇਲਾਜ ਨਹੀਂ ਕਰਦੇ ਤਾਂ ਤੁਹਾਡੇ ਸਰੀਰ ਦੇ ਦੂਸਰੇ ਅੰਗਾਂ ਤੇ ਵੀ ਇਸ ਦਾ ਅਸਰ ਪਵੇਗਾ, ਜਿਵੇਂ ਕਿ ਨਿਗਾਹ ਖਰਾਬ ਹੋਣਾ, ਨਿਊਰੋਪੈਥੀ, ਕਿਡਨੀ ਫੇਲੀਅਰ। ਪਰ ਤੁਸੀਂ ਹੀ ਇਸ ਨੂੰ ਬਿਲਕੁਲ ਠੀਕ ਕਰ ਸਕਦੇ ਹੋ। ਇਹ ਬਿਲਕੁਲ ਆਸਾਨ ਵੀ ਹੈ। 6 ਹਫ਼ਤੇ ਵਿੱਚ, ਜੀ ਹਾਂ, ਤੁਸੀਂ ਬਿਲਕੁਲ ਠੀਕ ਸੁਣਿਆ, ਬਿਲਕੁਲ ਰਿਵਰਸ ਕਰ ਸਕਦੇ ਹੋ ਇਸ ਬਿਮਾਰੀ ਨੂੰ। ਸਿਰਫ 6 ਹਫ਼ਤੇ ਵਿੱਚ ਇਸ ਬਿਮਾਰੀ ਨੂੰ ਹਰਾ ਸਕਦੇ ਹੋ। ਮਨੁੱਖੀ ਸੁਭਾਅ ਹੈ, ਅਸੀਂ ਆਪਣੀਆਂ ਗਲਤੀਆਂ ਦੂਸਰਿਆਂ ਦੇ ਸਿਰ ਤੇ ਪਾ ਕੇ ਫਾਰਗ ਹੋ ਜਾਂਦੇ ਹਾਂ। ਇਹ ਬਿਮਾਰੀ ਤਾਂ ਮੇਰੀ ਮਾਂ ਨੂੰ ਸੀ, ਇਸ ਲਈ ਮੈਨੂੰ ਹੋ ਗਈ। ਨਹੀਂ, ਅਸੀਂ ਆਪ ਹੀ ਆਪਣਿਆਂ ਪੁਰਖਿਆਂ ਨੂੰ ਵਜ੍ਹਾ ਮੰਨਦੇ ਹਾਂ। ਪਰ ਜੇ ਏਦਾਂ ਸੀ ਤਾਂ ਕਿਸੇ ਦੇ ਵੀ ਮਾਤਾ ਪਿਤਾ ਇੱਕ ਪਰਿਵਾਰ ਚੋਂ ਨਹੀਂ ਹੁੰਦੇ, ਦਾਦਾ ਦਾਦੀ, ਪਰ ਸਾਂਝਾ ਹੁੰਦਾ ਹੈ ਖਾਣਾ। ਇਸੇ ਲਈ ਸਾਂਝੀਆਂ ਹੁੰਦੀਆਂ ਨੇ ਬਿਮਾਰੀਆਂ। ਜਿਹੜੇ ਖਾਣੇ ਨੇ ਮਾਤਾ ਪਿਤਾ ਦਾਦਾ ਦਾਦੀ ਦੇ ਪੈਂਕਰੀਆਸ ਨੂੰ ਫੇਲ ਕਰਕੇ ਸ਼ੂਗਰ ਦੀ ਬਿਮਾਰੀ ਕੀਤੀ, ਉਸੇ ਖਾਣੇ ਨੇ ਹੀ ਤੁਹਾਡੀ ਪੈਂਕਰੀਆਸ ਫੇਲ ਕੀਤੇ ਤੇ ਤੁਹਾਨੂੰ ਸ਼ੂਗਰ ਦਾ ਮਰੀਜ਼ ਬਣਾ ਦਿੱਤਾ, ਕਿਉਂਕਿ ਖਾਣਾ ਉਹੀ ਹੈ ਜੋ ਤੁਹਾਡੇ ਮਾਂ-ਪਿਓ ਦਾ ਸੀ। ਅਸੀਂ ਜਦੋਂ ਤੱਕ ਖਾਣੇ ਨੂੰ ਸੈਂਟੀਮੈਂਟਸ ਨਾਲ ਜੋੜ ਕੇ ਦੇਖਦੇ ਰਹਾਂਗੇ, ਅਸੀਂ ਤੰਦਰੁਸਤ ਨਹੀਂ ਹੋ ਸਕਦੇ, ਬਿਮਾਰ ਹੀ ਰਹਾਂਗੇ। ਅੱਜ ਆਪਾਂ ਖਾਣਾ ਬਦਲ ਦਈਏ, ਦੇਖੋ ਚਮਤਕਾਰ। ਸਿਰਫ 2.5 ਇੰਚ ਦੀ ਜੀਭ ਤੋਂ ਅੱਗੇ ਕੋਈ ਵੀ ਸਵਾਦ ਨਹੀਂ ਹੈ। ਇਸ 2-2.5 ਇੰਚ ਤੋਂ ਬਾਅਦ ਸਭ ਖਾਧੇ ਹੋਏ ਖਾਣੇ ਦਾ ਸਵਾਦ ਇੱਕੋ ਹੀ ਹੋ ਜਾਂਦਾ ਹੈ। ਜੇ ਅਸੀਂ ਇਸ ਗੱਲ ਨੂੰ ਸਮਝ ਲਏ ਤਾਂ ਕੋਈ ਵੀ ਬਿਮਾਰ ਨਹੀਂ ਹੋਵੇਗਾ। ਡਾਇਬਟੀਜ਼ ਦੇ ਮਰੀਜ਼ ਦਾ ਸਭ ਤੋਂ ਪਹਿਲਾਂ ਮਿੱਠਾ ਬੰਦ ਕੀਤਾ ਜਾਂਦਾ ਹੈ। ਜਿੰਨਾ ਜ਼ਿਆਦਾ ਸ਼ੂਗਰ ਲੈਵਲ ਵਧਿਆ, ਉਨੀਆਂ ਜ਼ਿਆਦਾ ਬੰਦਿਸ਼ਾਂ। ਤੇ ਇਹ ਵੀ ਕਿਹਾ ਜਾਂਦਾ ਹੈ ਸਰੀਰ ਨੂੰ ਗਲੂਕੋਜ਼ ਦੀ ਲੋੜ ਹੈ। ਗਲੂਕੋਜ਼ ਦੇ ਰੂਪ ਵਿੱਚ ਤੁਹਾਨੂੰ ਇੱਕ ਸਮੇਂ ਸਿਰਫ ਖੂਨ ਵਿੱਚ 24 ਘੰਟੇ ਵਿੱਚ ਸਰੀਰ ਵਿੱਚ ਸਿਰਫ 1 ਚਮਚ ਖੰਡ ਦੀ ਲੋੜ ਹੁੰਦੀ ਹੈ ਜਾਂ ਸ਼ੂਗਰ ਦੀ ਲੋੜ ਹੁੰਦੀ ਹੈ। 2 ਚਮਚੇ ਸਰੀਰ ਝੱਲ ਸਕਦਾ ਹੈ, ਤੀਜਾ ਚਮਚਾ ਤੁਹਾਡੇ ਖੂਨ ਨੂੰ ਗਾੜਾ ਕਰਨ ਲਈ ਕਾਫੀ ਹੈ। ਇਹ ਵਾਧੂ ਮਿੱਠਾ ਖੂਨ ਵਿੱਚ ਹੀ ਜੰਮੇਗਾ ਤੇ ਤੁਸੀਂ BP ਦੇ ਮਰੀਜ਼ ਹੋ ਜਾਂਦੇ। ਮਿੱਠਾ ਤੁਹਾਨੂੰ ਕਦੇ ਵੀ ਅਲੱਗ ਤੋਂ ਖਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਤੁਸੀਂ ਜਦੋਂ ਵੀ ਰੋਟੀ ਖਾਂਦੇ ਹੋ ਉਸ ਵਿੱਚ ਗਲੂਕੋਜ਼ ਹੁੰਦਾ ਹੈ। ਪਰ ਅਸੀਂ ਮੂੰਹ ਦੇ ਸਵਾਦ ਲਈ ਅਲੱਗ ਤੋਂ ਮਿੱਠਾ ਖਾਂਦੇ ਹਾਂ। ਘਰੇ ਪਈ ਕੋਈ ਮਠਿਆਈ, ਚਾਕਲੇਟ ਜਾਂ ਕੋਈ ਹੋਰ ਮਿੱਠੀ ਚੀਜ਼, ਜੇ ਅਸੀਂ ਇਸ ਪਿਉਰੀਫਾਈਡ ਮਿੱਠੇ ਦਾ ਬਦਲ ਖਾ ਲਈਏ ਤਾਂ ਤੁਹਾਡਾ ਨੁਕਸਾਨ ਵੀ ਨਹੀਂ ਹੋਵੇਗਾ ਤੇ ਤੁਸੀਂ ਸੰਤੁਸ਼ਟ ਵੀ ਰਹੋਗੇ। ਉਹ ਬਦਲ ਹੈ ਫਲ। ਫਲ ਤੁਸੀਂ ਖਾ ਸਕਦੇ ਹੋ। ਤੁਸੀਂ ਫਲ ਖਾ ਕੇ ਆਪਣਾ ਸ਼ੂਗਰ ਲੈਵਲ ਚੈੱਕ ਕਰ ਲਓ। ਕਦੇ ਵੀ ਸ਼ੂਗਰ ਲੈਵਲ ਵਧੇਗਾ ਨਹੀਂ। 2 ਘੰਟੇ ਬਾਅਦ, ਚਾਹੇ 6 ਘੰਟੇ ਬਾਅਦ, ਉਸ ਦਾ ਰਾਜ ਵੀ ਦੱਸਾਂਗੇ। ਜਿਵੇਂ ਗੱਲ ਕਰ ਰਹੇ ਸੀ, ਤੁਹਾਡੇ ਸਰੀਰ ਨੂੰ ਸਿਰਫ 5 ਗ੍ਰਾਮ ਮਿੱਠੇ ਦੀ ਲੋੜ ਹੁੰਦੀ ਹੈ। ਇਹ 5 ਗ੍ਰਾਮ ਮਿੱਠੇ ਨੂੰ ਹਜਮ ਕਰਨ ਲਈ ਘੱਟੋ ਘੱਟ 1 ਘੰਟੇ ਦੀ ਸੈਰ ਦੀ ਲੋੜ ਹੁੰਦੀ ਹੈ। ਜੇ ਤੁਸੀਂ 2 ਚਮਚ ਮਿੱਠਾ ਖਾਂਦੇ ਹੋ ਤਾਂ ਵਾਧੂ ਗਲੂਕੋਜ਼ ਤੁਹਾਡੇ ਖੂਨ ਵਿਚਲੀ ਸ਼ੂਗਰ ਫੈਟ ਨੂੰ ਬਦਲ ਕੇ ਮੋਟਾਪਾ ਕਰ ਦੇਗਾ ਤੇ ਖੂਨ ਨੂੰ ਗਾੜਾ ਕਰੇਗਾ। ਇਹ ਤੁਰੰਤ ਬੰਦ ਕਰ ਦਿਓ। ਦੁੱਧ, ਖੰਡ ਤੋਂ ਬਣੀਆਂ ਚੀਜ਼ਾਂ, ਮਠਿਆਈਆਂ, ਬੇਕਰੀ। ਜੇ ਤੁਸੀਂ ਦੁੱਧ ਦਾ ਸੱਚ ਬੁੱਝਣਾ ਹੈ ਤਾਂ ਆਈ ਬਟਨ ਤੇ ਡਿਸਕ੍ਰਿਪਸ਼ਨ ਵਿੱਚ ਵੀਡੀਓ ਦਾ ਲਿੰਕ ਦਿੱਤਾ ਹੋਇਆ ਹੈ, ਤੁਸੀਂ ਵੀਡੀਓ ਦੇਖ ਲਓ। ਜੇ ਸ਼ੂਗਰ ਵੱਧਦੀ ਹੈ ਜਾਂ ਸ਼ੂਗਰ ਘਟਦੀ ਹੈ, ਉਸ ਦਾ ਇੱਕੋ ਹੀ ਇਲਾਜ ਹੈ, ਆਪਣੀ ਖੁਰਾਕ ਨੂੰ ਸੁਧਾਰੋ। ਹੁਣ ਤੱਕ ਜੋ ਤੁਸੀਂ ਖਾ ਰਹੇ ਸੀ ਉਸ ਵਿੱਚ ਇੱਕ ਨਹੀਂ ਕਈ ਦਿੱਕਤਾਂ ਨੇ। ਹੁਣ ਤੱਕ ਤੁਸੀਂ ਖਾ ਰਹੇ ਸੀ ਕਣਕ ਤੇ ਚਾਵਲ। ਇਹ ਕਣਕ ਤੇ ਚਾਵਲ ਗਲੂਟਨ ਭਰਪੂਰ ਨੇ। ਜਦੋਂ ਤੁਸੀਂ ਖਾਂਦੇ ਹੋ ਇਹ ਤੁਹਾਡੇ ਪੇਟ ਵਿੱਚ ਚਿਪਕ ਜਾਂਦਾ ਹੈ, ਜੰਮ ਜਾਂਦਾ ਹੈ। ਜਦੋਂ ਤੁਹਾਡਾ ਖਾਧਾ ਹੋਇਆ ਖਾਣਾ ਹੀ ਤੁਹਾਡਾ ਨੁਕਸਾਨ ਕਰ ਰਿਹਾ ਹੋਵੇ, ਉਸ ਨੂੰ ਬਦਲ ਦੇਣਾ ਚਾਹੀਦਾ। 1967 ਵਿੱਚ ਹਰੀ ਕ੍ਰਾਂਤੀ ਦੀ
ਸ਼ੁਰੂਆਤ ਹੋਈ। ਉਸ ਤੋਂ ਪਹਿਲਾਂ ਕਿਸੇ ਨੂੰ ਵੀ ਸ਼ੂਗਰ ਦੀ ਬਿਮਾਰੀ ਦਾ ਨਾਮ ਵੀ ਨਹੀਂ ਸੀ ਪਤਾ। ਇਹ ਕਿਹਾ ਜਾਂਦਾ ਸੀ ਇਹ ਤਾਂ ਅਮੀਰਾਂ ਦੀ ਬਿਮਾਰੀ ਹੈ, ਕਿਉਂਕਿ ਕਣਕ ਆਮ ਖਾਧੀ ਨਹੀਂ ਸੀ ਜਾਂਦੀ, ਸਿਰਫ ਅਮੀਰ ਲੋਕ ਹੀ ਖਾਂਦੇ ਸੀ, ਕਿਉਂਕਿ ਨਾ ਤਾਂ ਇਹ ਇੰਨੀ ਬੀਜੀ ਜਾਂਦੀ ਸੀ ਤੇ ਨਾ ਹੀ ਇੰਨੀ ਖਾਧੀ ਜਾਂਦੀ ਸੀ। ਜਦੋਂ ਅਸੀਂ ਕਣਕ ਖਾਂਦੇ ਹਾਂ ਤਾਂ ਕਣਕ ਸਾਡੇ ਸਰੀਰ ਵਿੱਚ ਗਲੂਕੋਜ਼ ਦਾ ਹੜ ਲਿਆ ਦਿੰਦੀ ਹੈ ਤੇ ਖਾਧੀ ਹੋਈ ਕਣਕ ਲਗਭਗ 45 ਮਿੰਟਾਂ ਵਿੱਚ ਸਾਡੇ ਸਰੀਰ ਵਿੱਚ ਘੁਲ ਜਾਂਦੀ ਹੈ। ਸ਼ੂਗਰ ਦਾ ਮਰੀਜ਼ ਜਦੋਂ 2 ਘੰਟੇ ਬਾਅਦ ਗਲੂਕੋਜ਼ ਲੈਵਲ ਚੈੱਕ ਕਰਦਾ ਹੈ ਤਾਂ ਮੀਟਰ ਤੇ ਸ਼ੂਗਰ ਵਧੀ ਹੋਈ ਆਉਂਦੀ ਹੈ। ਗਲੂਕੋਜ਼ ਸਰੀਰ ਵਿੱਚ ਹੌਲੀ-ਹੌਲੀ ਘੁਲਣਾ ਚਾਹੀਦਾ। ਤੁਹਾਡੇ ਸਰੀਰ ਵਿੱਚ ਸ਼ੂਗਰ ਦਾ ਲੈਵਲ ਬਰਕਰਾਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕੋਈ ਪਿਉਰੀਫਾਈਡ ਸ਼ੂਗਰ ਜਾਂ ਮਿੱਠਾ ਖਾ ਰਹੇ ਹੋ, ਜਿਵੇਂ ਕੈਂਡੀ, ਚਾਕਲੇਟ ਜਾਂ ਕੋਈ ਹੋਰ ਕੋਲਡ ਡਰਿੰਕ ਪੀਂਦੇ ਹੋ, ਤਾਂ ਇਹ ਕੁਝ ਮਿੰਟਾਂ ਵਿੱਚ ਹੀ ਤੁਹਾਡੇ ਸਰੀਰ ਵਿੱਚ ਘੁਲ ਜਾਂਦਾ ਹੈ ਤੇ ਪੈਂਕਰੀਆਸ ਤੇ ਇੰਨਾ ਜ਼ਿਆਦਾ ਲੋਡ ਪੈਂਦਾ ਹੈ, ਜ਼ੋਰ ਪੈਂਦਾ ਹੈ, ਜਿਸ ਤੇ ਉਸ ਦੇ ਤਾਕਤ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਤੇ ਉਹ ਅੰਗ ਫੇਲ ਹੋ ਜਾਂਦਾ ਹੈ। ਫਿਰ ਜਦੋਂ ਸਾਨੂੰ ਪਤਾ ਲੱਗਦਾ ਹੈ ਇਹ ਪਹਿਲਾਂ ਹੀ ਸ਼ੂਗਰ ਦੀ ਬਿਮਾਰੀ ਚੱਲ ਰਹੀ ਹੈ, ਇਸ ਨੂੰ ਠੀਕ ਕਰਨ ਦਾ ਤਰੀਕਾ ਇਹ ਹੈ ਕਿ ਪੈਂਕਰੀਆਸ ਉਹ ਮਸ਼ੀਨ ਹੈ ਜਿਸ ਤੋਂ ਕੰਮ ਲੈਂਦੇ ਰਹਿਣ ਲਈ ਉਸ ਤੇ ਭਾਰ ਨਾ ਪਾਇਆ ਜਾਵੇ। ਜਦੋਂ ਪੈਂਕਰੀਆਸ ਤੇ ਭਾਰ ਘਟੇਗਾ ਤੇ ਉਸ ਦੀ ਆਪਣੀ ਸਿਹਤ ਵੀ ਠੀਕ ਹੋਣੀ ਸ਼ੁਰੂ ਹੋਵੇਗੀ। ਇਹ ਸਭ ਠੀਕ ਕਰਨ ਲਈ ਤੁਹਾਨੂੰ ਆਪਣੇ ਖਾਣੇ ਵਿੱਚ ਬਦਲਾਵ ਲਿਆਉਣਾ ਪਵੇਗਾ। ਉਹ ਖਾਣਾ ਜਿਸ ਨੂੰ ਵਿਚਲਾ ਗਲੂਕੋਜ਼ ਤੁਹਾਡੇ ਖੂਨ ਵਿੱਚੋਂ ਹੌਲੀ-ਹੌਲੀ ਪੈਂਕਰੀਆਸ ਇੱਕ ਗ੍ਰੰਥੀ ਹੈ, ਗਲੈਂਡ ਹੈ। ਜਦੋਂ ਤੁਸੀਂ ਇਸ ਦਾ ਧਿਆਨ ਰੱਖਦੇ ਹੋ ਤਾਂ ਇਹ ਜਿੰਨੀ ਵੀ ਖਰਾਬ ਹੋਵੇ ਇਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਸ਼ੂਗਰ ਦੇ ਮਰੀਜ਼ ਮਿੱਠਾ ਖਾ ਸਕਦੇ ਨੇ, ਪਰ ਸਵਾਲ ਇਹ ਨਹੀਂ ਕਿ ਕਿੰਨਾ ਮਿੱਠਾ ਖਾ ਸਕਦੇ ਨੇ, ਸਵਾਲ ਹੈ ਕਿਹੜਾ ਮਿੱਠਾ ਖਾ ਸਕਦੇ। ਹੁਣ ਤੱਕ ਤੁਸੀਂ ਇਹੀ ਸਿੱਖਿਆ ਮਿੱਠਾ ਬੰਦ ਕਰ ਦਿਓ, ਕੰਟਰੋਲ ਕਰੋ, ਮਿੱਠਾ ਨਾ ਖਾਓ। ਨਹੀਂ, ਸਹੀ ਮਿੱਠਾ ਖਾਓ, ਸ਼ੂਗਰ ਲੈਵਲ ਨਹੀਂ ਵਧੇਗਾ। ਇਹ ਜਾਣਕਾਰੀ ਉਹਨਾਂ ਲਈ ਹੈ ਜਿਹੜੇ ਚੋਰੀ ਮਿੱਠਾ ਖਾਂਦੇ ਨੇ। ਜਦੋਂ ਤੁਸੀਂ ਮਿੱਠਾ ਖਾਂਦੇ ਹੋ ਤੇ ਸ਼ੂਗਰ ਲੈਵਲ ਵੱਧਦਾ ਹੈ। ਜੋ ਤੁਸੀਂ ਕੁਦਰਤੀ ਮਿੱਠਾ ਖਾਂਦੇ ਹੋ, ਜਿਵੇਂ ਕਿ ਫਲ ਖਾਂਦੇ ਹੋ, ਤਾਂ ਫਲ ਖਾ ਕੇ ਸ਼ੂਗਰ ਲੈਵਲ ਚਾਹੇ 2 ਘੰਟੇ ਬਾਅਦ ਚੈੱਕ ਕਰ ਲਓ ਤੇ ਚਾਹੇ 4 ਘੰਟੇ ਬਾਅਦ। ਸ਼ੂਗਰ ਲੈਵਲ ਚੈੱਕ ਕਰਨ ਤੇ ਕੋਈ ਵੀ ਮੀਟਰ ਸ਼ੂਗਰ ਲੈਵਲ ਹਾਈ ਨਹੀਂ ਦਿਖਾਵੇਗਾ। ਉਸ ਦੀ ਵਜ੍ਹਾ ਹੈ ਕਿਉਂਕਿ ਇਹ ਜਿੰਨੇ ਵੀ ਮੀਟਰ ਨੇ ਇਹ ਸਾਰੇ ਗਲੂਕੋਜ਼ ਲੈਵਲ ਚੈੱਕ ਕਰਦੇ ਨੇ, ਪਰ ਜਦੋਂ ਤੁਸੀਂ ਫਲ ਖਾਂਦੇ ਹੋ ਫਲਾਂ ਵਿੱਚ ਗਲੂਕੋਜ਼ ਨਹੀਂ ਹੁੰਦਾ, ਫਰੈਕਟੋਜ਼, ਜਿਸ ਨੂੰ ਇਹ ਮੀਟਰਸ ਚੈੱਕ ਨਹੀਂ ਕਰ ਸਕਦੇ, ਫੜ ਨਹੀਂ ਸਕਦੇ। ਪਰ ਤੁਹਾਨੂੰ ਡਰਨ ਦੀ ਲੋੜ ਨਹੀਂ, ਫਰੈਕਟੋਜ਼ ਕੁਦਰਤੀ ਹੈ, ਤੁਸੀਂ ਇਸ ਨੂੰ ਖਾ ਸਕਦੇ ਹੋ, ਇਸ ਦਾ ਕੋਈ ਵੀ ਨੁਕਸਾਨ ਨਹੀਂ ਹੈ। ਇਸ ਤੇ ਬਹੁਤ ਸਾਰੀਆਂ ਰਿਸਰਚਾਂ ਹੋ ਚੁੱਕੀਆਂ ਨੇ, ਖੋਜਾਂ ਹੋ ਚੁੱਕੀਆਂ ਨੇ ਤੇ ਇਹ ਸੇਫ ਆ, ਸੁਰੱਖਿਅਤ ਆ। 250 ਮਿਲੀਗ੍ਰਾਮ ਪਰ ਡੈਸੀਲੀਟਰ। ਹੈਰਾਨ ਹੋਣ ਦੀ ਗੱਲ ਨਹੀਂ, ਜੇ ਤੁਹਾਡਾ ਸ਼ੂਗਰ ਲੈਵਲ 250 mg ਪਰ ਡੈਸੀਲੀਟਰ ਤੱਕ ਆਉਂਦਾ ਹੈ ਬਿਨਾਂ ਕਿਸੇ ਦਵਾਈ ਦੇ, ਤਾਂ ਤੁਸੀਂ ਬਿਲਕੁਲ ਠੀਕ ਹੋ। ਪਰ ਜੇ ਦਵਾਈ ਖਾਂਦੇ ਹੋ ਤਾਂ ਵੀ 250 mg ਜਾਂ ਇਸ ਤੋਂ ਵੱਧ ਆਉਂਦਾ ਹੈ ਤਾਂ ਤੁਹਾਨੂੰ ਇਹ ਵੀਡੀਓ ਪੂਰੀ ਦੇਖਣੀ ਚਾਹੀਦੀ ਹੈ। ਜੇ ਤੁਸੀਂ ਆਪਣੀ ਕੁਝ ਆਦਤਾਂ ਬਦਲ ਲਓ ਤੇ ਦਵਾਈਆਂ ਬੰਦ ਹੋ ਸਕਦੀਆਂ ਨੇ, ਕਿਉਂਕਿ ਇਸ ਦਾ ਵੀ ਰਾਜ ਹੈ। ਵੀਡੀਓ ਵਿੱਚ ਅੱਗੇ ਚੱਲ ਕੇ ਦੱਸਾਂਗੇ। ਮੈਂ ਥੋੜਾ ਇੰਟਰਨੈਟ ਖੰਗਾਲਿਆ ਤੇ ਪਤਾ ਲੱਗਿਆ ਕਿ ਪੰਜਾਬ ਸਿਰਫ ਕੈਂਸਰ ਹੀ ਨਹੀਂ, ਸ਼ੂਗਰ ਲਈ ਵੀ ਪੂਰੇ ਦੇਸ਼ ਵਿੱਚ ਦੂਸਰੇ ਨੰਬਰ ਤੇ ਹੈ। ਸਿਰਫ ਦੇਸ਼ ਵਿੱਚ ਹੀ ਨਹੀਂ, ਵਿਦੇਸ਼ ਵਿੱਚ, ਜਿੱਥੇ ਬਹੁਤ ਸਾਰੇ ਪੰਜਾਬੀ ਜਾਣਾ ਵੀ ਚਾਹੁੰਦੇ ਨੇ। ਉਹ ਦੇਸ਼ ਕੈਨੇਡਾ ਵੀ ਦੁਨੀਆ ਦਾ ਪਹਿਲੇ ਨੰਬਰ ਦਾ ਸ਼ੂਗਰ ਦੀ ਬਿਮਾਰੀ ਵਾਲਾ ਮੁਲਕ ਬਣ ਜਾ ਰਿਹਾ ਹੈ। ਉੱਥੇ ਵੀ ਹਰ ਦੂਸਰੇ ਇਨਸਾਨ ਨੂੰ ਸ਼ੂਗਰ ਹੈ, ਕਿਉਂਕਿ ਸਾਰੇ ਪੈਕਡ, ਬੇਹਾ, ਪਾਸਚਰਾਈਜ਼ਡ ਤੇ ਪ੍ਰਜ਼ਰਵੇਟਿਵਸ ਪਾਇਆ ਹੋਇਆ ਖਾਣਾ ਖਾਂਦੇ ਨੇ, ਸਟੋਰਾਂ ਤੋਂ ਲਿਆ ਕੇ ਖਾਈ ਜਾਂਦੇ ਨੇ। ਇਹੀ ਹਾਲ ਪੰਜਾਬ। ਇਹ ਜਾਣਕਾਰੀ ਕਿਸੇ ਨੂੰ ਡਰਾਉਣ ਲਈ ਨਹੀਂ ਹੈ, ਸਮਝਾਉਣ ਲਈ ਹੈ। ਜਿਸ ਕਿਸੇ ਨੂੰ ਵੀ ਸ਼ੂਗਰ ਹੈ ਉਹ ਇੰਨੀ ਕੁ ਖੋਜ ਤਾਂ ਕਰੀ ਬੈਠਾ ਹੈ ਕਿ ਸ਼ੂਗਰ ਦੀ ਰੇਂਜ ਕਿੰਨੀ ਹੋਣੀ ਚਾਹੀਦੀ ਹੈ, ਕਿੰਨੀ ਕੁ ਸੇਫ ਹੈ, ਗਲਾਈਮਿਕ ਇੰਡੈਕਸ ਕਿੰਨਾ ਹੈ, ਕਿਹੜੀ ਚੀਜ਼ ਦਾ ਕਿੰਨਾ ਹੈ, ਕਿਹੜੀ ਟਾਈਪ ਹੈ। ਇੰਨੀ ਡੂੰਘੀ ਖੋਜ ਕਰਨ ਦੀ ਲੋੜ ਨਹੀਂ, ਬਸ ਥੋੜੀਆਂ ਜਿਹੀਆਂ ਆਦਤਾਂ ਸੁਧਾਰ ਲਓ। ਪਿਉਰੀਫਾਈਡ ਸ਼ੂਗਰ ਬੰਦ ਕਰ ਦਿਓ, ਕੰਟਰੋਲ ਕਰ ਲਓ, ਜ਼ੁਬਾਨ ਤੇ ਕੰਟਰੋਲ ਕਰ ਲਓ। ਸਰੀਰ ਨੂੰ ਪਰਮਾਤਮਾ ਨੇ ਕੁਝ ਇਸ ਤਰ੍ਹਾਂ ਬਣਾਇਆ ਹੈ ਕਿ ਜਦੋਂ ਤੁਸੀਂ ਕੁਝ ਵੀ ਖਾਂਦੇ ਹੋ ਤਾਂ ਉਹ ਜਾਂ ਤਾਂ ਹਜਮ ਹੋ ਜਾਂਦਾ ਹੈ ਜਾਂ ਸਰੀਰ ਉਸ ਨੂੰ ਬਾਹਰ ਕੱਢ ਦਿੰਦਾ ਹੈ। ਜਦੋਂ ਤੁਸੀਂ ਲੋੜ ਤੋਂ ਵੱਧ ਮਿੱਠਾ ਵੀ ਖਾਂਦੇ ਹੋ ਤੇ ਸਰੀਰ
ਹਜਮ ਨਹੀਂ ਕਰ ਰਿਹਾ ਤੇ ਸਰੀਰ ਉਸ ਵਾਧੂ ਖਾਦੇ ਹੋਏ ਮਿੱਠੇ ਨੂੰ ਪਿਸ਼ਾਬ ਦੇ ਨਾਲ ਬਾਹਰ ਕੱਢ ਦਿੰਦਾ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਸਰੀਰ ਹਜਮ ਕਰੇ, ਪਰ ਸਰੀਰ ਵਿਚਲੀ ਕੁਦਰਤੀ ਇਨਸੂਲਿਨ ਫੇਲ ਹੋ ਚੁੱਕੀ ਹੈ ਜਾਂ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਉਹ ਕੰਮ ਨਹੀਂ ਕਰ ਰਹੀ। ਉਸ ਤੇ ਤੁਸੀਂ ਲਗਾਤਾਰ ਭਾਰ ਪਾਈ ਜਾ ਰਹੇ ਹੋ, ਵਾਧੂ ਲੋਡ ਪਾ ਰਹੇ ਹੋ, ਵਾਧੂ ਮਿੱਠਾ ਖਾ ਕੇ। ਇਨਸੂਲਿਨ ਦਾ ਕੰਮ ਹੈ, ਇਨਸੂਲਿਨ ਖੂਨ ਵਿੱਚੋਂ ਗਲੂਕੋਜ਼ ਨੂੰ ਸੈੱਲਾਂ ਵਿੱਚ ਭੇਜਦੀ ਹੈ। ਜਦੋਂ ਇਹ ਕਾਰਵਾਈ ਵਿੱਚ ਅਸਫਲ ਹੁੰਦੀ ਹੈ ਤਾਂ ਉਹੀ ਗਲੂਕੋਜ਼ ਜਿਸ ਨੇ ਸੈੱਲਾਂ ਵਿੱਚ ਜਾਣਾ ਹੈ ਉਹ ਤੁਹਾਡੇ ਆਪਣੇ ਪਿਸ਼ਾਬ ਰਾਹੀਂ ਬਾਹਰ ਆ ਜਾਂਦਾ ਹੈ, ਜਾਣੀ ਕਿ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ ਜਾਂਦੇ ਹੋ। ਕੈਟਾਐਸੋਡਿਸ ਕਹਿੰਦੇ ਨੇ। ਜਦੋਂ ਜ਼ਿਆਦਾ ਹਾਲਾਤ ਖਰਾਬ ਹੁੰਦੇ ਨੇ ਤਾਂ ਦਵਾਈਆਂ ਦੀ ਬਜਾਏ ਸਿੱਧੇ ਟੀਕੇ ਦੇ ਰੂਪ ਵਿੱਚ ਇਨਸੂਲਿਨ ਦਿੱਤੇ ਜਾਂਦੇ ਨੇ, ਪਰ ਇਸ ਨਾਲ ਮਰੀਜ਼ ਦੇ ਆਪਣੇ ਇਨਸੂਲਿਨ ਡਿਵੈਲਪ ਨਹੀਂ ਹੁੰਦੇ ਕਿਉਂਕਿ ਸਰੀਰ ਬਾਹਰਲੀ ਇਨਸੂਲਿਨ ਦਾ ਆਦੀ ਹੋ ਜਾਂਦਾ ਹੈ। ਇਹ ਬਾਹਰੋਂ ਸੌਖੇ ਮਿਲਣੇ ਸ਼ੁਰੂ ਹੋ ਜਾਂਦੇ ਨੇ, ਪਰ ਜੇ ਤੁਸੀਂ ਆਪਣੀ ਖੁਰਾਕ ਬਦਲ ਲਓ ਤਾਂ ਤੁਹਾਡੇ ਕੁਦਰਤੀ ਇਨਸੂਲਿਨ ਵੀ ਬਣਨੇ ਸ਼ੁਰੂ ਹੋ ਜਾਣਗੇ। ਜੇ ਤੁਸੀਂ ਪਰਹੇਜ਼ ਕਰਦੇ ਹੋ ਤਾਂ ਇਸ ਬਿਮਾਰੀ ਤੋਂ ਮੁਕਤ ਹੋ ਸਕਦੇ ਹੋ। ਹੁਣ ਤੱਕ ਜੋ ਰੋਟੀ ਤੁਸੀਂ ਖਾ ਰਹੇ ਸੀ ਉਹ ਹੈ ਕਣਕ ਦੀ ਰੋਟੀ। ਜਦੋਂ ਤੁਸੀਂ ਖਾਂਦੇ ਹੋ ਇਹ ਤੁਹਾਡੇ ਖੂਨ ਵਿੱਚ 45 ਮਿੰਟ ਵਿੱਚ ਖਾਦੇ ਹੋਏ ਖਾਣੇ ਵਿੱਚੋਂ ਗਲੂਕੋਜ਼ ਦੇ ਰੂਪ ਵਿੱਚ ਖੂਨ ਵਿੱਚ ਘੁਲ ਜਾਂਦੀ ਹੈ। ਤੁਸੀਂ ਖਾਣਾ ਖਾਣ ਦੇ 2 ਘੰਟੇ ਬਾਅਦ ਟੈਸਟ ਕਰਦੇ ਹੋ ਤੇ ਸ਼ੂਗਰ ਵਧੀ ਹੋਈ ਆਉਂਦੀ ਹੈ ਕਿਉਂਕਿ ਖਾਦੇ ਹੋਏ ਖਾਣੇ ਵਿੱਚੋਂ ਗਲੂਕੋਜ਼ ਸੀ ਤੇ ਉਹ ਤੁਹਾਡੇ ਖੂਨ ਵਿੱਚ ਘੁਲ ਗਈ। ਤੁਹਾਡੀ ਖੁਰਾਕ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਸ ਵਿਚਲਾ ਗਲੂਕੋਜ਼ ਤੁਹਾਡੇ ਖੂਨ ਵਿੱਚ ਹੌਲੀ-ਹੌਲੀ, ਕਿਉਂਕਿ ਤੁਹਾਡੇ ਹਾਰਮੋਨਸ ਇੰਬੈਲੈਂਸ ਤੇ ਪੈਂਕਰੀਆਸ ਦੀ ਹਾਲਾਤ ਵੀ ਬਾਲੇ ਚੰਗੇ ਨਹੀਂ। ਸਵਾਲ ਹੈ ਕਿ ਖਾਈਏ ਕੀ? ਉਹ ਨੇ ਮਿਲਟਸ। ਜੀ ਹਾਂ, ਮਿਲਟਸ ਤੁਹਾਡੀ ਸ਼ੂਗਰ ਕਿਵੇਂ ਠੀਕ ਕਰਦੇ ਨੇ? ਜਦੋਂ ਤੁਸੀਂ ਮਿਲਟਸ ਖਾਂਦੇ ਹੋ ਇਹਨਾਂ ਦਾ ਫਾਈਬਰ ਸਟਰਕਚਰ ਵੱਖਰਾ ਹੈ ਤੇ ਸਿੱਧੀ ਗੱਲ ਕਰੀਏ ਇਹਨਾਂ ਵਿਚਲਾ ਗਲੂਕੋਜ਼ ਕਣਕ ਦੀ ਤਰ੍ਹਾਂ ਤੁਹਾਡੇ ਸਰੀਰ ਵਿੱਚ 45 ਮਿੰਟ ਵਿੱਚ ਹੜ ਨਹੀਂ ਲਿਆ ਦਿੰਦਾ, ਘੁਲ ਨਹੀਂ ਜਾਂਦਾ। ਇਹਨਾਂ ਵਿਚਲਾ ਗਲੂਕੋਜ਼ 4 ਤੋਂ 6 ਘੰਟੇ ਵਿੱਚ ਹੌਲੀ-ਹੌਲੀ ਤੁਹਾਡੇ ਖੂਨ ਵਿੱਚ ਘੁਲਦਾ ਹੈ। ਫਿਰ ਤੁਸੀਂ ਜਦੋਂ ਮਿਲਟਸ ਖਾ ਕੇ ਟੈਸਟ ਕਰੋਗੇ ਚਾਹੇ 2 ਘੰਟੇ ਬਾਅਦ ਤੇ ਚਾਹੇ 4 ਘੰਟੇ ਬਾਅਦ ਤੁਹਾਡਾ ਗਲੂਕੋਜ਼ ਲੈਵਲ ਉਨਾ ਵਧਿਆ ਨਹੀਂ ਆਏਗਾ ਜਿੰਨਾ ਤੁਹਾਡਾ ਕਣਕ ਜਾਂ ਚਾਵਲ ਖਾਣ ਤੋਂ ਬਾਅਦ ਵਧਿਆ ਆਉਂਦਾ ਸੀ। ਤੁਹਾਨੂੰ ਤਾਂ ਇਹੀ ਚਾਹੀਦਾ ਹੈ ਕਿ ਸ਼ੂਗਰ ਦਾ ਲੈਵਲ ਰੇਂਜ ਵਿੱਚ ਰਹੇ। ਤੁਹਾਨੂੰ ਸ਼ੁਰੂ ਵਿੱਚ ਇੱਕ ਗੱਲ ਹੋਰ ਦੱਸੀ ਸੀ ਕਿ ਪੈਂਕਰੀਆਸ ਜੋ ਕਿ ਸਰੀਰ ਵਿੱਚ ਗ੍ਰੰਥੀ ਹੈ, ਗ੍ਰੰਥੀ ਨੂੰ ਪ੍ਰਮਾਤਮਾ ਨੇ ਕੁਝ ਇਸ ਤਰ੍ਹਾਂ ਬਣਾਇਆ ਹੈ ਕਿ ਜੇ ਤੁਸੀਂ ਇਸ ਦਾ ਧਿਆਨ ਰੱਖਦੇ ਹੋ ਤਾਂ ਇਹ ਹੌਲੀ-ਹੌਲੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਜਿੰਨੀ ਮਰਜ਼ੀ ਖਰਾਬ ਹੋਵੇ ਇਹ ਸਿਰਫ ਇੱਕ ਦਿਨ ਵਿੱਚ ਠੀਕ ਨਹੀਂ ਹੁੰਦੀ। ਤੁਹਾਡਾ ਸ਼ੂਗਰ ਲੈਵਲ ਹੋ ਸਕਦਾ ਹੈ ਕੁਝ ਹੀ ਦਿਨਾਂ ਵਿੱਚ ਨਾਰਮਲ ਆਉਣਾ ਸ਼ੁਰੂ ਹੋ ਜਾਵੇ। ਤੁਸੀਂ ਖੁਸ਼ ਹੋ ਸਕਦੇ ਹੋ, ਪਰ ਤੁਸੀਂ ਆਪਣਾ ਪੈਂਕਰੀਆਸ ਦਾ ਧਿਆਨ ਰੱਖਣਾ ਹੈ ਤੇ ਇਸ ਨੂੰ ਲਗਾਤਾਰ ਖਾਂਦੇ ਰਹਿਣਾ। ਸਭ ਬਿਮਾਰੀਆਂ ਤੋਂ ਸੌਖੀ ਹੈ ਸ਼ੂਗਰ ਦੀ ਬਿਮਾਰੀ ਠੀਕ ਕਰਨੀ। ਸਭ ਤੋਂ ਵੱਧ ਫੈਲੀ ਹੋਈ ਹੈ ਤੇ ਡਰਾਉਣੀ ਬਣੀ ਹੋਈ ਹੈ ਕਿਉਂਕਿ ਸਹੀ ਖੁਰਾਕ ਨਾਲ ਸਹੀ ਸਿਹਤ ਦਾ ਸਿੱਧਾ ਸੰਬੰਧ ਹੈ। ਤੁਹਾਨੂੰ ਇਹ ਜੋ ਦੱਸਿਆ ਜਾ ਰਿਹਾ ਹੈ ਇਸ ਨਾਲ ਤੁਸੀਂ ਆਪਣੇ ਆਪ ਨੂੰ ਬਿਮਾਰੀ ਤੋਂ ਠੀਕ ਕਰ ਸਕਦੇ ਹੋ ਬਿਨਾਂ ਕਿਸੇ ਦੀ ਸਲਾਹ ਦੇ। ਇਹ ਸਭ ਲਈ ਕੰਮ ਕਰਦਾ ਹੈ। ਕੁਝ ਲੋਕ ਹੋ ਸਕਦੇ ਨੇ ਜਿਨ੍ਹਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਜਾਂ ਟੈਨਸ਼ਨ ਹੈ ਜਾਂ ਸਟ੍ਰੈਸ ਹੈ, ਉਹ ਸਲਾਹ ਲੈ ਕੇ ਵੀ ਵਰਤ ਸਕਦੇ ਨੇ। ਫਿਰ ਵੀ ਤੁਸੀਂ ਫੋਨ ਕਰ ਸਕਦੇ ਹੋ। ਜੇ ਤੁਸੀਂ ਦੱਸੇ ਤਰੀਕੇ ਨੂੰ ਸਹੀ ਤੇ ਇਮਾਨਦਾਰੀ ਨਾਲ ਅਪਣਾ ਲੈਂਦੇ ਹੋ ਤਾਂ ਤੁਹਾਡੀ ਸ਼ੂਗਰ ਠੀਕ ਹੋਵੇਗੀ। ਕਿੰਨੀ ਦੇਰ ਵਿੱਚ ਹੋਵੇਗੀ ਇਹ ਉਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੀ ਹਾਲਾਤ ਕਿਹੜੀ ਹੈ। ਟਾਈਪ 2 ਵਾਲੇ ਤਾਂ 6 ਹਫ਼ਤੇ ਵਿੱਚ ਹੀ ਵਧੀਆ ਨਤੀਜੇ ਲੈ ਲੈਣਗੇ ਤੇ ਟਾਈਪ 1 ਵਾਲਿਆਂ ਨੂੰ 3 ਮਹੀਨੇ ਤੋਂ 6 ਮਹੀਨੇ ਵੀ ਲੱਗ ਸਕਦੇ ਨੇ, ਪਰ ਦੱਸੇ ਗਏ ਪਰਹੇਜ਼ ਕਰਨ ਤੇ ਤੁਸੀਂ ਪੂਰੇ ਨਤੀਜੇ ਲੈ ਸਕਦੇ। ਨਾ ਸਿਰਫ ਤੁਹਾਡਾ ਸ਼ੂਗਰ ਲੈਵਲ ਤੰਦਰੁਸਤ ਇਨਸਾਨ ਵਾਲਾ ਆਵੇਗਾ, ਉਸ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ। ਡਾਇਬਟੀਜ਼ ਦੇ ਨਾਲ ਤੁਹਾਡਾ ਬੀਪੀ, ਥਾਇਰਾਇਡ, ਹਾਰਮੋਨ ਇੰਬੈਲੈਂਸ ਵੀ ਠੀਕ ਹੋਣਾ ਸ਼ੁਰੂ ਹੋ ਜਾਵੇਗਾ। ਤੁਹਾਨੂੰ ਵਾਧੂ ਪ੍ਰੋਟੀਨ ਜਾਂ ਡਾਈਟ ਪਲਾਨ ਦੀ ਵੀ ਲੋੜ ਨਹੀਂ ਪਏਗੀ। ਜਦੋਂ ਤੁਸੀਂ ਮਿਲਟਸ ਖਾਂਦੇ ਹੋ ਤਾਂ ਕਈ ਰੋਗ ਆਪਣੇ ਆਪ ਠੀਕ ਹੋਣੇ ਸ਼ੁਰੂ ਹੋਣ ਲੱਗਦੇ ਨੇ, ਜਿਵੇਂ ਕਿ ਗੈਸ, ਅਫਾਰਾ, ਐਲਰਜੀ, ਬਦਹਜ਼ਮੀ। ਮਿਲਟਸ ਬਾਰੇ ਇੱਕ ਡੈਡੀਕੇਟਿਡ ਵੀਡੀਓ ਦਾ ਲਿੰਕ ਆਈ
ਬਟਨ ਵਿੱਚ ਹੈ, ਤੁਸੀਂ ਦੇਖ ਸਕਦੇ ਹੋ ਤੇ ਡਿਸਕ੍ਰਿਪਸ਼ਨ ਵਿੱਚ ਵੀ ਹੈ, ਤੁਸੀਂ ਦੇਖ ਸਕਦੇ ਹੋ। ਇਹ ਪੂਰਨ ਰੂਪ ਵਿੱਚ ਕੁਦਰਤੀ ਨੇ, ਅਨਪੋਲਿਸ਼ਡ ਨੇ, ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਜੇ ਤੁਹਾਨੂੰ ਕੋਈ ਵੀ ਭੁਲੇਖਾ ਹੈ ਤਾਂ ਤੁਸੀਂ WhatsApp ਦਾ ਲਿੰਕ ਤੇ Telegram ਦਾ ਲਿੰਕ ਦਿੱਤਾ ਹੋਇਆ ਹੈ, ਤੁਸੀਂ ਸਵਾਲ ਪੁੱਛ ਸਕਦੇ ਹੋ। ਸਾਰੀ ਵੀਡੀਓ ਵਿੱਚ ਇਹੀ ਦੱਸਿਆ ਗਿਆ ਕਿ ਆਪਣੀ ਖੁਰਾਕ ਬਦਲ ਲਓ, ਆਪਣਾ ਖਾਣਾ ਬਦਲ ਲਓ। ਕਣਕ ਕਿਉਂ ਨਹੀਂ ਖਾਣੀ ਇਹ ਵੀ ਸਮਝ ਲਿਆ। ਫਿਰ ਖਾਣਾ ਕੀ ਹੈ? ਖਾਣੇ ਨੇ ਮਿਲਟਸ। ਇਹ ਮਿਲਟਸ ਹੈ ਕੀ? ਮਿਲਟਸ ਵਿੱਚ 5 ਅਨਾਜ ਨੇ, ਕੋਦਰਾ, ਕੰਗਣੀ, ਕੁਟਕੀ, ਹਰੀ ਕੰਗਣੀ, ਸਵਾਂਗ। ਇਹ 5 ਅਨਾਜ ਜਿਨ੍ਹਾਂ ਨੂੰ ਖਾਣਾ ਹੈ। ਕਣਕ ਤੇ ਚਾਵਲ ਨਹੀਂ ਖਾਣੇ। ਇਹਨਾਂ 5 ਅਨਾਜਾਂ ਨੂੰ 2-2 ਦਿਨ ਹਰੇਕ ਅਨਾਜ ਨੂੰ ਖਾਣਾ ਹੈ। ਇਹਨਾਂ ਨੂੰ ਰਲਾ ਨਹੀਂ ਲੈਣਾ, ਮਿਕਸ ਨਹੀਂ ਕਰਨਾ। ਜਦੋਂ ਵੀ ਖਾਣਾ ਹੈ ਅਲੱਗ-ਅਲੱਗ ਖਾਣਾ ਹੈ। ਹਰੇਕ ਅਨਾਜ ਨੂੰ 2-2 ਦਿਨ ਖਾ ਕੇ 11ਵੇਂ ਦਿਨ ਫਿਰ ਤੋਂ ਉਹੀ ਅਨਾਜ ਨੂੰ ਤੋਂ ਦੁਬਾਰਾ ਸ਼ੁਰੂ ਕਰ ਲੈਣਾ ਹੈ। ਜਦੋਂ ਵੀ ਇਹਨਾਂ ਨੂੰ ਖਾਣਾ ਸ਼ੁਰੂ ਕਰਨਾ ਹੈ, ਇਹਨਾਂ ਨੂੰ ਅੰਬਲੀ ਦੇ ਰੂਪ ਵਿੱਚ ਖਾਣਾ। ਇਹ ਅੰਬਲੀ ਕਿਵੇਂ ਬਣਾਉਣੀ ਹੈ ਉਸ ਵੀਡੀਓ ਦਾ ਲਿੰਕ ਵੀ ਆਈ ਬਟਨ ਵਿੱਚ ਹੈ ਤੇ ਡਿਸਕ੍ਰਿਪਸ਼ਨ ਵਿੱਚ ਵੀ ਹੈ। ਤੁਸੀਂ ਵੀਡੀਓ ਦੇਖ ਕੇ ਔਖੇ ਹੀ ਬਣਾਉਣੀ ਸਿੱਖ ਜਾਓਗੇ। ਘੱਟੋ ਘੱਟ 6 ਹਫ਼ਤੇ ਤੱਕ ਇਸ ਨੂੰ ਅੰਬਲੀ ਦੇ ਰੂਪ ਵਿੱਚ ਜ਼ਰੂਰ ਖਾਓ ਤਾਂ ਕਿ ਤੁਸੀਂ ਸ਼ੂਗਰ ਦੀ ਬਿਮਾਰੀ ਨੂੰ 6 ਹਫ਼ਤੇ ਵਿੱਚ ਹਰਾ ਸਕੋ। ਤੁਹਾਨੂੰ 6 ਹਫ਼ਤੇ ਵਿੱਚ ਬਹੁਤ ਸਾਰੇ ਬਦਲਾਵ ਨਜ਼ਰ ਆਉਣ ਲੱਗ ਜਾਣਗੇ। ਤੁਸੀਂ 6 ਹਫ਼ਤੇ ਵਿੱਚ ਇਸ ਬਿਮਾਰੀ ਨੂੰ ਹਰਾ ਸਕਦੇ ਹੋ। ਇਸ ਵਿੱਚ ਕੋਈ ਵੀ ਔਖਾ ਕੰਮ ਨਹੀਂ ਹੈ। ਤੁਸੀਂ ਬਸ ਕਣਕ ਨੂੰ ਇਹਨਾਂ ਅਨਾਜਾਂ ਨਾਲ ਬਦਲ ਦਿਓ। ਇਹਨਾਂ ਨੂੰ ਤੁਸੀਂ ਤਿੰਨੇ ਟਾਈਮ ਖਾਓ। ਜਦੋਂ ਭੁੱਖ ਲੱਗੇ ਖਾਓ। ਨਤੀਜੇ ਤੁਹਾਡੇ ਹੱਥ ਵਿੱਚ ਨੇ ਕਿਉਂਕਿ ਖਾਣਾ ਤੁਸੀਂ ਹੈ। ਡਿਸਕ੍ਰਿਪਸ਼ਨ ਵਿੱਚ Telegram ਦਾ ਲਿੰਕ ਤੇ WhatsApp ਦਾ ਲਿੰਕ ਜ਼ਰੂਰ ਚੈੱਕ ਕਰੋ, ਜੁਆਇਨ ਕਰੋ। ਅਸੀਂ ਉੱਥੇ ਸਮੇਂ-ਸਮੇਂ ਤੇ ਅਪਡੇਟਸ ਪਾਉਂਦੇ ਰਹਿੰਦੇ ਹਾਂ ਤੇ ਜ਼ਰੂਰੀ ਜਾਣਕਾਰੀ ਦਿੰਦੇ ਰਹਿੰਦੇ ਹਾਂ। ਅੱਜ ਜਿਹੜੀ ਖੋਜ ਤੇ ਗੱਲ ਕਰ ਰਹੇ ਹਾਂ ਇਹ ਪਦਮ ਸ਼੍ਰੀ ਡਾਕਟਰ ਖਾਦਰ ਵਲੀ ਜੀ ਦੀ ਖੋਜ ਹੈ। ਡਾਕਟਰ ਸਾਹਿਬ ਅਨੁਸਾਰ ਸਾਡੇ ਕੋਲ ਸਿਰਫ 10 ਸਾਲ ਨੇ। ਜਾਂ ਤਾਂ ਅਸੀਂ ਆਪਣਾ ਖਾਣਾ ਪੀਣਾ ਸੁਧਾਰ ਲਈਏ ਜਾਂ ਅਗਲੀਆਂ ਪੀੜ੍ਹੀਆਂ ਪਤਾ ਨਹੀਂ ਕਿਵੇਂ ਭੁਗਤਾਨ ਕਰਨਗੀਆਂ, ਇਹਨਾਂ ਦਾ ਮੁੱਲ ਤਾਰਨਗੀਆਂ। ਡਾਕਟਰ ਸਾਹਿਬ ਕਹਿੰਦੇ ਨੇ ਜੇ ਮਨੁੱਖ ਕੁਦਰਤ ਦਾ ਆਦਰ ਨਹੀਂ ਕਰਦਾ ਤਾਂ ਕੁਦਰਤ ਉਸ ਦਾ ਨਿਰਾਦਰ ਕਰਦੀ ਹੈ। ਪਦਮ ਸ਼੍ਰੀ ਡਾਕਟਰ ਖਾਦਰ ਵਲੀ ਜੀ ਦੀ ਮਿਲਟਸ ਮੈਨ ਆਫ ਇੰਡੀਆ ਦੀ ਮਿਲਟਸ ਬਾਰੇ 30 ਸਾਲ ਦੀ ਖੋਜ ਹੈ। ਉਹਨਾਂ ਨੇ ਸੈਂਕੜੇ ਹੀ ਨਹੀਂ ਲੱਖਾਂ ਲੋਕਾਂ ਨੂੰ ਇਹਨਾਂ ਮਿਲਟਸ ਦੀ ਮਦਦ ਨਾਲ ਨਾ ਸਿਰਫ ਸ਼ੂਗਰ ਦੀ ਬਿਮਾਰੀ, ਥਾਇਰਾਇਡ, BP, ਆਟੋਇਮਿਊਨ ਡਿਜ਼ੀਜ਼ ਦੇ ਸਭ ਮਰੀਜ਼ਾਂ ਨੂੰ ਠੀਕ ਕੀਤਾ ਹੈ। ਕਿਰਪਾ ਕਰਕੇ ਆਪਣੇ ਖਾਣੇ ਨੂੰ ਸੁਧਾਰੋ ਤੇ ਤੰਦਰੁਸਤ ਰਹੋ।